डॉक्टर स्वरूप सिंह मरवा की पुस्तक चिंता रोग का अगला कांड है तरंगां दा शरीर ते असर। जिस तरह दीयां तुहाडीआं तरंगां हन उसे तरह का तुहाडा जीवन है। हर वेले दुखदाई विचारां च डुबे रहण नूं चिंता आखदे हन। चिंता दे मनोविग्यानक साइकोलॉजिकल चिन्हां नूं तां चिंतावान समझ आंदा है, पर चिंता के कारण पैदा होए सरीरक चिन्हां नूं जिन्हां दा असीं पिछले कांड च जिक्र कर आए हां बिल्कुल नहीं समझदा। अपने सरीरक चिन्हां नूं वेख के चिंतावान बड़ा हैरान ते परेशान हुंदा है। इसलिए जेकर मरीज नूं आख दिता जाए कि तैनूं कोई बीमारी नहीं तां इस नाल उहदी रत्ती भर भी तसल्ली नहीं हुंदी। जे उहनूं इह आखीए तेरी बीमारी का कारण केवल चिंता है, इस नाल भी उहनूं कोई लाभ नहीं हुंदा। ਉਹ सगों ਵਧੇਰੇ औखा हो जाता है तो किसी होर डॉक्टर कोल इलाज वास्ते चला जाता है। इस लिए ये गल जरूरी है कि चिंता नाल मनुख के शरीर उत्ते जो असर पैंदा है ते जो अदला बदली हुंदी है उस उत्ते असीं कुछ चानण पाईए। तरंग की है? सब तो पहला सानूं तरंगां इमोशनस बारे कुछ जानकारी की लोड़ है। तरंग मतलब इमोशन एक अजिही लहर है ਜਿਹੜੀ कि हर एक विचार ਦੇ ਨਾਲ दिमाग 'ਚ पैदा ਹੁੰਦੀ है ਤੇ ਸਰੀਰ ਦੇ हर हिस्से ਉੱਤੇ अपना असर पा के खत्म ਹੁੰਦੀ है। ਇਹਦਾ ਬਹੁਤਾ असर ਸਰੀਰ ਦੇ प्राण अंगां वाइटल ऑर्गन्स प्राण अंगे ਹਨ ਜਿਵੇਂ दिल फेफड़े ਤੇ ਅੰਤੜੀਆਂ ਤੇ ਹੁੰਦਾ ਹੈ। ਤਰੰਗਾਂ ਦਾ ਅਸਲ ਕੰਮ ਮਨੁੱਖ ਨੂੰ ਸਿਹਤ ਦੇਣਾ ਤੇ ਆਉਣ ਵਾਲੇ ਖਤਰਿਆਂ ਤੋਂ ਬਚਣ ਲਈ ਤਿਆਰ ਕਰਨਾ ਹੈ। ਪਰ ਜੇ ਤਰੰਗਾਂ ਠੀਕ ਕਿਸਮ ਦੀਆਂ ਨਾ ਹੋਣ ਉਹ ਸਿਹਤ ਲਈ ਹਾਨੀਕਾਰਕ ਹੁੰਦੀਆਂ। ਜਿਸ ਤਰ੍ਹਾਂ ਦੀਆਂ ਮਨੁੱਖ ਦੀਆਂ ਤਰੰਗਾਂ ਹੁੰਦੀਆਂ ਉਸੇ ਤਰ੍ਹਾਂ ਦਾ ਉਹਦਾ ਜੀਵਨ ਹੁੰਦਾ ਹੈ। ਚੰਗੀਆਂ ਤਰੰਗਾਂ ਸੁਖੀ ਜੀਵਨ, ਭੈੜੀਆਂ ਤਰੰਗਾਂ ਦੁਖੀ ਜੀਵਨ। ਤਰੰਗਾਂ ਵਿਚਾਰਾਂ ਤੋਂ ਪੈਦਾ ਹੁੰਦੀਆਂ ਤੇ ਦੋ ਤਰ੍ਹਾਂ ਦੀਆਂ। ਚੰਗੀਆਂ ਤਰੰਗਾਂ ਇਹ ਸਬਰ, ਸੰਤੋਖ, ਜ਼ਬਤ, ਹਿੰਮਤ, ਖੁਸ਼ੀ, ਹੱਸਣ ਖੇਡਣ, ਮਿਲਵਰਤਨ, ਸੇਵਾ ਤੇ ਪ੍ਰੇਮ ਪਿਆਰ ਤੋਂ ਪੈਦਾ ਹੁੰਦੀਆਂ। सेहत ਲਈ बहुत लाभदायक है। भैड़ियां तरंगां ये डर, गम, फिक्र, चिंता, नफरत, मायूसी, निंदिया, चुगली, गुस्सा, ईरखा, दोषी भाव, कल्पना तो पैदा होंदियां ते सेहत ਲਈ बहुत हानिकारक हैं। साडे शरीर का कोई अजिहा अंग जां हिस्सा नहीं जिस उत्ते कि तरंगां दा असर ना हुंदा होवे। भैड़ियां तरंगां नाल आदमी दे प्राण अंग बड़ी तेजी नाल चलण लग पैंदे आ। ਇਹ ਗੱਲ ਅਸੀਂ ਇੱਕ ਬਿੱਲੀ ਨੂੰ ਡਰ ਤਰੰਗ ਫੀਅਰ ਇਮੋਸ਼ਨ 'ਚ ਲਿਆ ਕੇ ਤੁਹਾਨੂੰ ਸਿੱਧ ਕਰਦੇ ਹਾਂ। ਬਿੱਲੀ ਦਾ ਸਰੀਰ ਵਿਗਿਆਨ ਫਿਜ਼ੀਓਲੋਜੀ ਆਦਮੀ ਨਾਲ ਮਿਲਦਾ ਜੁਲਦਾ ਹੈ। ਸਭ ਤੋਂ ਪਹਿਲਾਂ ਅਸੀਂ ਬਿੱਲੀ ਦੇ ਪ੍ਰਾਣ ਅੰਗਾਂ ਦੇ ਨਾਪ ਉਸ ਵੇਲੇ ਲੈਂਦੇ ਹਾਂ ਜਦ ਕਿ ਉਹ ਬਿਲਕੁਲ ਆਰਾਮ ਕਰ ਰਹੀ ਹੈ। ਫਿਰ ਉਹਨੂੰ ਡਰ ਤਰੰਗ 'ਚ ਲਿਆ ਕੇ ਉਹਦੇ ਸਰੀਰ ਦੇ ਸਾਰੇ ਨਾਪ ਲਵਾਂਗੇ। ਬਿੱਲੀ ਦੇ ਨਾਪ ਜਦ ਕਿ ਉਹ ਆਰਾਮ ਕਰ ਰਹੀ ਹੈ। ਸਾਹ ਦੀ ਰਫ਼ਤਾਰ 1 ਮਿੰਟ 'ਚ 20, ਨਬਜ਼ 1 ਮਿੰਟ 'ਚ 100, ब्लड प्रेशर 100 मिलीमीटर, पेट ਇਹਦੀ ਐਕਸਰੇ ਲੈ ਲਈ ਜਾਂਦੀ ਹੈ ਤੇ ਆਂਦਰਾਂ ਦੀ ਚਾਲ ਇਕਸਾਰ ਬਰਾਬਰ ਤੇ 1 ਮਿੰਟ 'ਚ ਤਕਰੀਬਨ 7 ਹੈ। ਖੂਨ 'ਚ ਸ਼ੱਕਰ ਇਹਦੀ ਮਿਕਦਾਰ ਵੇਖ ਲਈ ਜਾਂਦੀ ਹੈ। ਆਕਸੀਜਨ ਤੇ ਕਾਰਬਨ ਡਾਈਆਕਸਾਈਡ ਜਿੰਨੀ ਆਕਸੀਜਨ ਬਿੱਲੀ ਸਾਹ ਨਾਲ ਅੰਦਰ ਲੈਂਦੀ ਹੈ ਜਿੰਨੀ ਕਾਰਬਨ ਡਾਈਆਕਸਾਈਡ ਬਾਹਰ ਕੱਢਦੀ ਹੈ ਨਾਪ ਲਈ ਜਾਂਦੀ ਹੈ। ਹੁਣ ਅਸੀਂ ਬਿੱਲੀ ਵਿੱਚ ਕੇਵਲ ਕਿਸੇ ਖਿਆਲ ਦੁਆਰਾ ਹੀ ਡਰ ਤਰੰਗ ਲਿਆਉਣੀ ਹੈ। ਇਹਦੇ ਲਈ ਅਸੀਂ ਬਿੱਲੀ ਦੇ ਨਾਲ ਦੇ ਕਮਰੇ 'ਚ ਇੱਕ ਕੁੱਤਾ ਲੈ ਜਾਂਦੇ ਹਾਂ। ਕੁੱਤਾ ਭੌਂਕਦਾ। ਕੁੱਤੇ ਦੀ ਆਵਾਜ਼ ਸੁਣ ਕੇ ਬਿੱਲੀ ਡਰ ਜਾਂਦੀ ਹੈ। ਡਰ ਤਰੰਗ ਬਿੱਲੀ ਉੱਤੇ ਆਪਣਾ ਅਸਰ ਸ਼ੁਰੂ ਕਰ ਦਿੰਦੀ ਹੈ। ਇਸ ਧਿਆਨਯੋਗ ਗੱਲ ਇਹ ਹੈ ਕਿ ਕੁੱਤਾ ਤੇ ਬਿੱਲੀ ਇੱਕ ਦੂਜੇ ਦੇ ਆਮੋ ਸਾਹਮਣੇ ਨਹੀਂ ਹੋਏ। ਕੁੱਤੇ ਦੇ ਭੌਂਕਣ ਨੇ ਬਿੱਲੀ ਨੂੰ ਡਰ ਪਾ ਦਿੱਤਾ ਹੈ। ਉਸ ਅੰਦਰ ਡਰ ਤਰੰਗਾਂ ਪੈਣੀਆਂ ਸ਼ੁਰੂ ਹੋ ਗਈਆਂ। ਹੁਣ ਅਸੀਂ ਬਿੱਲੀ ਦੇ ਨਾਪ ਡਰ ਤਰੰਗ ਦੀ ਹਾਲਤ 'ਚ ਲੈਂਦੇ ਹਾਂ। ਕੁੱਤੇ ਦੀ ਆਵਾਜ਼ ਸੁਣਦਿਆਂ ਬਿੱਲੀ ਝਟਪਟ ਉੱਠ ਕੇ ਪੈਰਾਂ ਭਾਰ ਖੜੀ ਹੋ ਜਾਂਦੀ ਹੈ। ਲੱਕ ਉੱਚਾ ਤੇ ਪੂੰਛ ਖੜੀ ਕਰ ਲੈਂਦੀ ਹੈ। ਉਹਦੇ ਸਰੀਰ ਦੇ ਸਾਰੇ ਵਾਲ ਖੜੇ ਹੋ ਜਾਂਦੇ। ਉਹਦਾ ਮੂੰਹ ਕੁੱਤੇ ਦੀ ਆਵਾਜ਼ ਵਾਲੇ ਪਾਸੇ ਨੂੰ ਹੋ ਜਾਂਦਾ ਹੈ। ਬਿੱਲੀ ਦੇ ਡਰ ਤਰੰਗ ਪਿੱਛੋਂ ਨਾਪ। ਸਾਹ ਦੀ ਰਫ਼ਤਾਰ 40 ਫੀ ਮਿੰਟ, ਨਬਜ਼ 170 ਫੀ ਮਿੰਟ, ਬਲੱਡ ਪ੍ਰੈਸ਼ਰ 190 ਮਿਲੀਮੀਟਰ, पेट आंदरां दी चाल एकसार नहीं रही, मतलब रेगुलर नहीं रही, तेज भी हो गई है। पर जे डर बहुत ज्यादा है तो आंदरां दी हरकत बिल्कुल बंद हो जाएगी। खून च शक्कर इहदी मिकदार वध गई है जिस तो पता लगता है कि बिल्ली दी शक्ति मतलब एनर्जी बड़ी तेजी नाल खर्च हो रही है।
ਉੱਪਰ ਦੀਆਂ ਪਮਾਇਸ਼ਾਂ ਤੋਂ ਸਾਨੂੰ ਚਿੰਤਾਵਾਨ ਦੀਆਂ ਬਹੁਤ ਸਾਰੀਆਂ ਤਕਲੀਫਾਂ ਦੇ ਕਾਰਨਾਂ ਦਾ ਪੂਰਾ ਪਤਾ ਲੱਗ ਜਾਂਦਾ ਹੈ। ਜੇਕਰ ਤਰੰਗ ਠੀਕ ਕਿਸਮ ਤੇ ਠੀਕ ਮਿਕਦਾਰ 'ਚ ਹੋਵੇ ਤਾਂ ਇਹ ਸਰੀਰ ਵਾਸਤੇ ਬੜੀ ਲਾਭਦਾਇਕ ਹੁੰਦੀ ਹੈ। ਹੁਣ ਤੁਸੀਂ ਇਹ ਵੇਖੋ ਕਿ ਬਿੱਲੀ ਨੂੰ ਡਰ ਤਰੰਗ ਦੇ ਕੀ ਲਾਭ ਹੈ। ਬਿੱਲੀ ਨੇ ਖਤਰਾ ਅਨੁਭਵ ਕੀਤਾ ਹੈ, ਉਹ ਖਤਰੇ ਦੇ ਟਾਕਰੇ ਲਈ ਝਟਪਟ ਤਿਆਰ ਹੋ ਕੇ ਪੈਰਾਂ ਭਾਰ ਖੜੀ ਹੋ ਗਈ ਹੈ। ਉਹਦੇ ਸਾਰੇ ਅੰਗ ਖਤਰੇ ਦਾ ਟਾਕਰਾ ਕਰਨ ਲਈ ਤੇਜ਼ੀ ਨਾਲ ਹਰਕਤ 'ਚ ਆ ਗਏ ਹੈ। ਉਹਦੇ ਖੂਨ 'ਚ ਸ਼ਕਤੀ ਵੀ ਜ਼ਿਆਦਾ ਆ ਗਈ ਹੈ। ਇਸ ਡਰ ਤਰੰਗ ਦੇ ਕਾਰਨ ਬਿੱਲੀ ਜਾਂ ਤਾਂ ਖੜੀ ਹੋ ਕੇ ਖਤਰੇ ਦਾ ਟਾਕਰਾ ਕਰੇਗੀ ਜਾਂ ਆਪਣੇ ਬਚਾਅ ਕਰਨ ਲਈ ਨੱਸ ਜਾਏਗੀ। ਫਾਈਟ ਔਰ ਫਲਾਈਟ। ਇਸੇ ਤਰ੍ਹਾਂ ਮਨੁੱਖ ਨੂੰ ਵੀ ਕੁਝ ਹੱਦ ਤੱਕ ਡਰ ਦੇ ਕਈ ਲਾਭ ਹੈ। ਇਹ ਮਨੁੱਖ ਨੂੰ ਆ ਰਹੇ ਖਤਰਿਆਂ ਦੇ ਟਾਕਰੇ ਲਈ ਤਿਆਰ ਤੇ ਚੁਕੰਨਾ ਕਰਦੇ ਹੈ। ਉਹਦੀ ਆਪਣੀ ਜਿੰਦ ਜਾਨ ਦੀ ਰੱਖਿਆ ਲਈ ਬਹੁਤ ਜ਼ਰੂਰੀ ਹੈ। ਜੇ ਇਹ ਨਾ ਹੋਣ ਤਾਂ ਮਨੁੱਖ ਆਪਣੀ ਜ਼ਿੰਦਗੀ ਦੇ ਬਚਾਅ ਲਈ ਕੋਈ ਯਤਨ ਹੀ ਨਾ ਕਰੇ ਤੇ ਇਸ ਨਾਲ ਮਨੁੱਖੀ ਨਸਲ ਹੀ ਖਤਮ ਹੋ ਜਾਏ। ਪਰ ਡਰ ਤੇ ਫਿਕਰ ਦਾ ਜ਼ਰੂਰਤ ਤੋਂ ਜ਼ਿਆਦਾ ਹੋਣਾ ਮਨੁੱਖ ਲਈ ਬਹੁਤ ਹਾਨੀਕਾਰਕ ਹੈ। ਜਦ ਡਰ ਬਹੁਤ ਵੱਧ ਜਾਂਦੇ ਆ ਤੇ ਫਿਰ ਇਹ ਮਨੁੱਖ ਦਾ ਲਹੂ ਪੀਂਦੇ ਹੈ, ਉਹਨੂੰ ਕਿਸੇ ਕੰਮ ਯੋਗ ਨਹੀਂ ਰਹਿਣ ਦਿੰਦੇ ਤੇ ਇੱਕ ਰੋਗ ਦੀ ਸ਼ਕਲ ਇਖਤਿਆਰ ਕਰ ਲੈਂਦੇ ਹੈ। ਬਹੁਤਾ ਡਰ ਤੇ ਫਿਕਰ ਮਨੁੱਖ ਨੂੰ ਚਿੰਤਾਵਾਨ ਬਣਾ ਦਿੰਦਾ ਹੈ ਤੇ ਬਜਾਏ ਦੇ ਕਿ ਉਹਨੂੰ ਆ ਰਹੇ ਖਤਰੇ ਦੇ ਟਾਕਰੇ ਲਈ ਤਿਆਰ ਕਰੇ, ਬੁਜ਼ਦਿਲ ਬਣਾ ਦਿੰਦਾ ਹੈ। ਬਿੱਲੀ ਦੀ ਮਿਸਾਲ ਤੋਂ ਇਹ ਸਿੱਧ ਹੁੰਦਾ ਹੈ ਕਿ ਖਿਆਲ ਇੱਕ ਅਜਿਹੀ ਚੀਜ਼ ਨਹੀਂ ਜਿਹੜੀ ਕੇਵਲ ਦਿਮਾਗ 'ਚ ਹੀ ਰਹਿੰਦੀ ਹੈ। ਡਾਕਟਰ ਜੌਨ ਵਾਟਸਨ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਖਿਆਲ ਮਨੁੱਖ ਦੇ ਸਰੀਰ ਦੇ ਕਿਸੇ ਨਾ ਕਿਸੇ ਹਿੱਸੇ 'ਚ ਕੋਈ ਨਾ ਕੋਈ ਹਰਕਤ ਪੈਦਾ ਕਰਕੇ ਹੀ ਖਤਮ ਹੁੰਦਾ ਹੈ। ਹਰ ਦੁਖਦਾਈ ਵਿਚਾਰ ਸਰੀਰ ਦੇ ਪ੍ਰਾਣ ਅੰਗਾਂ ਦੀ ਚਾਲ ਤੇ ਇਕਸੁਰਤਾ 'ਚ ਅਦਲਾ ਬਦਲੀ ਕਰ ਦਿੰਦਾ ਹੈ ਤੇ ਅਦਲਾ ਬਦਲੀ ਦੋ ਗੱਲਾਂ ਤੇ ਨਿਰਭਰ ਹੈ। ਪਹਿਲੀ ਇਹ ਕਿ ਖਿਆਲ ਕਿੰਨੀ ਵਿਸ਼ੇਸ਼ਤਾ ਦੇ ਨਾਲ ਆਇਆ ਤੇ ਦੂਜਾ ਇਹ ਕਿ ਉਸ ਆਦਮੀ ਉੱਤੇ ਤਰੰਗਾਂ ਦਾ ਅਸਰ ਕਿੰਨੀ ਛੇਤੀ ਜਾਂ ਦੇਰ ਨਾਲ ਹੁੰਦਾ ਹੈ। ਮਿਸਾਲ ਦੇ ਤੌਰ ਤੇ ਇੱਕ ਸਧਾਰਨ ਮਨੁੱਖ ਲਈ ਬੱਸ ਵਿੱਚ ਸਫ਼ਰ ਕਰਨਾ ਮਾਮੂਲੀ ਜਿਹਾ ਵਿਚਾਰ ਹੈ ਜਿਹਦਾ ਉਹਦੇ ਸਰੀਰ ਉੱਤੇ ਕੋਈ ਖਾਸ ਮਾੜਾ ਅਸਰ ਨਹੀਂ ਹੁੰਦਾ। ਇੱਕ ਹੋਰ ਆਦਮੀ ਜਿਹਨੇ ਬੱਸ ਦਾ ਕੋਈ ਹਾਦਸਾ ਆਪਣੇ ਅੱਖਾਂ ਨਾਲ ਵੇਖਿਆ ਹੋਵੇ, ਬੱਸ ਤੇ ਚੜ੍ਹਨ ਦਾ ਖਿਆਲ ਆਉਣ ਦੇ ਨਾਲ ਕੇਵਲ ਥੋੜਾ ਜਿਹਾ ਡਰ ਜਾਏਗਾ। ਪਰ ਉਹ ਆਦਮੀ ਜਿਹੜਾ ਕਿ ਬੜਾ ਚਿੰਤਾਵਾਨ ਹੈ, ਜਿਹਨੇ ਆਪਣੀ ਅੱਖਾਂ ਨਾਲ ਕਿਸੇ ਬੱਸ ਦਾ ਐਕਸੀਡੈਂਟ ਵੀ ਵੇਖਿਆ ਤੇ ਬੱਸ ਉੱਤੇ ਚੜ੍ਹਨ ਦਾ ਵਿਚਾਰ ਆਉਣ ਦੇ ਨਾਲ ਪੈਨਿਕ ਸਟ੍ਰਿਕਨ ਹੋ ਜਾਏਗਾ ਤੇ ਉਹਦੇ ਸਾਰੇ ਸਰੀਰ ਉੱਤੇ ਡਰ ਤਰੰਗਾਂ ਦਾ ਅਸਰ ਬੜੇ ਜ਼ੋਰ ਨਾਲ ਹੋਏਗਾ। ਇੱਕ ਸਵਾਲ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਚਿੰਤਾਵਾਨ ਕਿਸੇ ਛੋਟੀ ਜਿਹੀ ਔਕੜ ਤੋਂ ਘਬਰਾ ਜਾਂ ਡਰ ਕੇ ਐਡੀ ਜਲਦੀ ਭੈਭੀਤ ਕਿਉਂ ਹੋ ਜਾਂਦਾ ਹੈ, ਜਦੋਂ ਕਿ ਇੱਕ ਸਧਾਰਨ ਮਨੁੱਖ ਉੱਤੇ ਅਜਿਹੀ ਔਕੜ ਦਾ ਕੋਈ ਖਾਸ ਅਸਰ ਨਹੀਂ ਹੁੰਦਾ। ਇਸ ਗੱਲ ਨੂੰ ਸਮਝਣ ਲਈ ਤੁਸੀਂ ਇਹ ਵੇਖੋ ਕਿ ਚਿੰਤਾਵਾਨ ਹਰ ਵੇਲੇ ਕਰਦਾ ਕੀ ਰਹਿੰਦਾ ਹੈ। ਪਹਿਲੀ ਗੱਲ ਇਹ ਹੈ ਕਿ ਚਿੰਤਾਵਾਨ ਨੂੰ ਹਰ ਵੇਲੇ ਕੋਈ ਨਾ ਕੋਈ ਡਰ ਲੱਗਾ ਹੀ ਰਹਿੰਦਾ ਹੈ। ਉਹਦੇ ਕਾਰਨ ਭੈੜੇ ਵਿਚਾਰ ਆਉਂਦੇ ਰਹਿੰਦੇ ਆ। ਡਰ ਦਾ ਮੁੱਢ ਅਸੁਰੱਖਿਅਤਾ ਹੈ ਤੇ ਇਹ ਅਸੁਰੱਖਿਅਤਾ ਨਾਲ ਭੈੜੇ ਵਿਚਾਰ ਪੈਦਾ ਹੁੰਦੇ ਆ। ਤੇ ਦੂਜੀ ਗੱਲ ਇਹ ਹੈ, ਚਿੰਤਾਵਾਨ ਹਰ ਵੇਲੇ ਦੁੱਖ ਭਰੇ ਤੇ ਡਰਾਉਣੇ ਵਿਚਾਰਾਂ ਦੀ ਮਾਲਾ ਫੇਰਦਾ ਰਹਿੰਦਾ ਹੈ। ਸਾਰਾ ਦਿਨ ਉਹਨਾਂ ਵਿੱਚ ਹੀ ਗਲਤਾਨ ਰਹਿੰਦਾ ਹੈ। ਇਸ ਤਰ੍ਹਾਂ ਹਰ ਵੇਲੇ ਚਿੰਤਾ ਦੇ ਅਭਿਆਸ 'ਚ ਜੁਟਿਆ ਰਹਿੰਦਾ ਹੈ। ਚਿੰਤਾ ਦਾ ਅਭਿਆਸ ਉਹਨੂੰ ਤਰੰਗੀ ਇਮੋਸ਼ਨਲ ਬਣਾ ਦਿੰਦਾ ਹੈ। ਅਸਲ 'ਚ ਬੁਨਿਆਦੀ ਗੱਲ ਇਹ ਹੈ ਕਿ ਜਿਸ ਵੱਲ ਕਿ ਸਾਨੂੰ ਧਿਆਨ ਨਹੀਂ ਦੇਣਾ ਚਾਹੀਦਾ, ਇਹਦਾ ਨਤੀਜਾ ਇਹ ਨਿਕਲਦਾ ਹੈ ਕਿ ਚਿੰਤਾਵਾਨ ਤਰੰਗੀ ਹੋਣ ਦੇ ਕਾਰਨ ਕਿਸੇ ਮਾੜੀ ਜਿਹੀ ਔਕੜ ਜਾਂ ਬਿਲਕੁਲ ਮਾਮੂਲੀ ਜਿਹਾ ਭੈੜਾ ਵਿਚਾਰ ਆਉਣ ਤੋਂ ਘਬਰਾ ਜਾਂਦਾ ਹੈ। ਇੱਕ ਹੋਰ ਸਵਾਲ, ਜਿੱਥੇ ਇੱਕ ਸਧਾਰਨ ਆਦਮੀ ਨੂੰ ਕਾਮਯਾਬੀ ਨਜ਼ਰ ਆਉਂਦੀ, ਉੱਥੇ ਚਿੰਤਾਵਾਨ ਨੂੰ ਨਾਕਾਮੀ ਕਿਉਂ ਦਿਖਾਈ ਦਿੰਦੀ ਹੈ? ਹਾਲਾਤ ਭਾਵੇਂ ਕਿੰਨੇ ਵੀ ਚੰਗੇ ਤੇ ਮਾਫਕ ਕਿਉਂ ਨਾ ਹੋਣ, ਚਿੰਤਾਵਾਨ ਨੂੰ ਹਰ ਪਾਸੇ ਨਾਕਾਮੀ ਨਜ਼ਰ ਆਉਂਦੀ ਹੈ। ਇਹਦਾ ਕਾਰਨ ਇਹ ਹੈ, ਜਦ ਆਦਮੀ ਬਹੁਤ ਚਿੰਤਾ ਤੇ ਫਿਕਰ 'ਚ ਹੁੰਦਾ ਹੈ, ਉਹ ਨਾ ਤਾਂ ਠੀਕ ਸੋਚ ਸਕਦਾ ਹੈ, ਨਾ ਕਿਸੇ ਠੀਕ ਫੈਸਲੇ ਤੇ ਪਹੁੰਚ ਸਕਦਾ ਹੈ। ਉਹ ਆਪਣੇ ਇਰਦ ਗਿਰਦ ਦੇ ਹਾਲਾਤ ਦਾ ਸਹੀ ਜਾਇਜ਼ਾ ਨਹੀਂ ਲੈ ਸਕਦਾ, ਨਾ ਹੀ ਉਹਦੀ ਦ੍ਰਿਸ਼ਟੀਕੋਣ ਠੀਕ ਰਹਿੰਦਾ ਹੈ। ਇਸ ਲਈ ਇਸ ਹਾਲਤ ਵਿੱਚ ਉਹ ਜੋ ਕੁਝ ਵੀ ਸੋਚਦਾ, ਸਮਝਦਾ, ਅਨੁਭਵ ਕਰਦਾ, ਉਹ ਕਾਫੀ ਹੱਦ ਤੱਕ ਗਲਤ ਹੁੰਦਾ ਹੈ। ਜਦ ਆਦਮੀ ਬਹੁਤ ਚਿੰਤਾ 'ਚ ਹੁੰਦਾ, ਉਹਦੀ ਠੀਕ ਸੋਚਣ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਹਰ ਉਹ ਆਦਮੀ ਜਿਹਦਾ ਦਿਮਾਗ ਠੀਕ ਹੈ, ਜੇ ਹਰ ਵੇਲੇ ਚਿੰਤਾ ਕਰਦਾ ਰਹੇਗਾ ਤਾਂ ਜ਼ਰੂਰੀ ਤਰੰਗੀ ਇਮੋਸ਼ਨਲ ਹੋ ਜਾਏਗਾ ਤੇ ਤਰੰਗਾਂ ਦੇ ਕਾਰਨ ਸਰੀਰ 'ਚ ਪੈਦਾ ਹੋਈ ਗੜਬੜ ਨੂੰ ਅਨੁਭਵ ਕਰੇਗਾ। ਆਮ ਲੋਕਾਂ ਦਾ ਖਿਆਲ ਹੈ ਕਿ ਚਿੰਤਾ ਰੋਗ ਸਰੀਰਕ ਕਮਜ਼ੋਰੀ ਨਾਲ ਹੁੰਦੇ ਹੈ, ਪਰ ਇਹ ਗੱਲ ਠੀਕ ਨਹੀਂ। ਚਿੰਤਾ ਰੋਗਾਂ ਦਾ ਕਾਰਨ ਕੇਵਲ ਚਿੰਤਾ ਤੇ ਡਰ ਹੈ ਤੇ ਡਰ ਤੇ ਚਿੰਤਾ ਭੈੜੀਆਂ ਤਰੰਗਾਂ ਪੈਦਾ ਕਰਦੀ ਹੈ ਤੇ ਇਹਨਾਂ ਭੈੜੀਆਂ ਤਰੰਗਾਂ ਤੋਂ
ਪੈਦਾ ਹੋਈਆਂ ਬਿਮਾਰੀਆਂ, ਤਰੰਗੀ ਬਿਮਾਰੀਆਂ ਨੂੰ ਹੀ ਚਿੰਤਾ ਰੋਗ ਆਖਦੇ ਹੈ। ਡਰ ਤਰੰਗ ਦੀ ਇੱਕ ਹੋਰ ਉਦਾਹਰਨ, ਤੁਸੀਂ ਕਈ ਵਾਰ ਸੁਣਿਆ ਜਾਂ ਵੇਖਿਆ ਹੋਵੇਗਾ ਕਿ ਕਈ ਮਨੁੱਖ ਲਹੂ ਵੇਖ ਕੇ ਬੇਹੋਸ਼ ਹੋ ਜਾਂਦੇ ਹੈ। ਉਹ ਇਸ ਲਈ ਬੇਹੋਸ਼ ਨਹੀਂ ਹੁੰਦੇ ਕਿ ਉਹਨਾਂ ਦਾ ਦਿਲ ਕਮਜ਼ੋਰ ਹੁੰਦਾ, ਉਹ ਬੇਹੋਸ਼ ਇਸ ਲਈ ਹੋ ਜਾਂਦੇ ਹੈ ਕਿ ਲਹੂ ਵੇਖ ਕੇ ਉਹਨਾਂ ਦੇ ਅੰਦਰ ਡਰ ਪੈਦਾ ਹੋ ਜਾਂਦਾ ਹੈ। ਡਰ ਤਰੰਗ ਦੇ ਕਾਰਨ ਉਹਨਾਂ ਦੇ ਦਿਮਾਗ ਨੂੰ ਪੂਰਾ ਖੂਨ ਨਹੀਂ ਜਾਂਦਾ, ਇਸ ਲਈ ਉਹ ਬੇਹੋਸ਼ ਹੋ ਜਾਂਦੇ ਹੈ। ਕ੍ਰੋਧ ਤਰੰਗਾਂ, ਐਂਗਰ ਇਮੋਸ਼ਨਸ ਦਾ ਸਰੀਰ ਤੇ ਅਸਰ। ਕ੍ਰੋਧ ਦੀਆਂ ਤਰੰਗਾਂ ਦਾ ਵੀ ਮਨੁੱਖ ਦੇ ਸਰੀਰ ਤੇ ਬਹੁਤ ਭੈੜਾ ਅਸਰ ਪੈਂਦਾ ਹੈ। ਜਦ ਮਨੁੱਖ ਕ੍ਰੋਧ 'ਚ ਹੁੰਦਾ ਹੈ ਤਾਂ ਉਹਦੇ ਸਰੀਰ ਦੀ ਦਸ਼ਾ ਇਸ ਪ੍ਰਕਾਰ ਹੁੰਦੀ ਹੈ: ਚਿਹਰਾ ਲਾਲ, ਅੱਖਾਂ ਟੱਡੀਆਂ ਹੋਈਆਂ, ਬੁੱਲ ਘੁੱਟੇ ਤੇ ਜ਼ੋਰ ਨਾਲ ਮੀਟੇ ਹੋਏ, ਕਚੀਚੀ ਵੱਟੀ ਹੋਈ, ਮੁੱਠਾਂ ਜ਼ੋਰ ਨਾਲ ਮੀਟੀਆਂ ਹੋਈਆਂ, ਹੱਥ ਪੈਰ ਵੀ ਕੰਬਣ ਲੱਗ ਜਾਂਦੇ ਹੈ ਤੇ ਕਈ ਵਾਰੀ ਆਵਾਜ਼ ਵਿੱਚ ਵੀ ਕੰਬਣੀ ਆ ਜਾਂਦੀ ਹੈ। ਜੇ ਕ੍ਰੋਧ ਬਹੁਤ ਜ਼ਿਆਦਾ ਆ ਜਾਏ ਤਾਂ ਕਈ ਵਾਰੀ ਆਂਦਰਾਂ ਵੀ ਸੁੱਕੜ ਜਾਂਦੀਆਂ, ਜਿਹਦੇ ਕਾਰਨ ਪੇਟ ਦਰਦ ਸ਼ੁਰੂ ਹੋ ਜਾਂਦੀ ਹੈ। ਕ੍ਰੋਧ ਨਾਲ ਦਿਲ ਦੀ ਰਫ਼ਤਾਰ ਬਹੁਤ ਤੇਜ਼ ਹੋ ਜਾਂਦੀ ਹੈ। ਕਈ ਵਾਰੀ ਇਹ 180 ਜਾਂ 200 ਤੱਕ ਵੀ ਪਹੁੰਚ ਜਾਂਦੀ ਹੈ। ਉਦੋਂ ਤੱਕ ਇਸੇ ਤਰ੍ਹਾਂ ਹੀ ਰਹਿੰਦੀ ਹੈ ਜਦ ਤੱਕ ਇਹ ਕ੍ਰੋਧ ਲੈ ਨਹੀਂ ਜਾਂਦਾ। ਕ੍ਰੋਧ ਨਾਲ ਬਲੱਡ ਪ੍ਰੈਸ਼ਰ ਵੀ ਵੱਧ ਜਾਂਦਾ ਹੈ 120 ਤੋਂ 200 ਤੱਕ, ਤੇ ਇਹ ਤੋਂ ਉੱਪਰ ਵੀ ਚਲਾ ਜਾਂਦਾ ਹੈ। ਬਲੱਡ ਪ੍ਰੈਸ਼ਰ ਵੱਧ ਜਾਣ ਦੇ ਕਾਰਨ ਕਦੇ-ਕਦੇ ਮਨੁੱਖ ਬੇਹੋਸ਼ ਵੀ ਹੋ ਜਾਂਦਾ ਹੈ। ਕ੍ਰੋਧ ਨਾਲ ਦਿਲ ਦੀਆਂ ਖੂਨ ਦੀਆਂ ਨਾੜੀਆਂ, ਕੋਰਨਰੀ ਆਰਟਰੀਜ਼ ਵੀ ਸੁੱਕੜ ਜਾਂਦੀਆਂ, ਜਿਹਦੇ ਕਾਰਨ ਦਿਲ ਦੀ ਪੀੜ ਸ਼ੁਰੂ ਹੋ ਜਾਂਦੀ ਹੈ। ਦਿਲ ਦੇ ਬਿਮਾਰਾਂ ਦੀ ਕਈ ਵਾਰੀ ਕ੍ਰੋਧ ਦੇ ਕਾਰਨ ਮੌਤ ਵੀ ਹੋ ਜਾਂਦੀ ਹੈ। ਚਿੰਤਾਵਾਨ ਆਮ ਤੌਰ ਤੇ ਕ੍ਰੋਧੀ ਹੁੰਦਾ ਹੈ। ਇਹਦਾ ਕਾਰਨ ਇਹ ਹੈ ਕਿ ਉਹਨੂੰ ਕੋਈ ਨਾ ਕੋਈ ਡਰ ਲੱਗਾ ਰਹਿੰਦਾ ਹੈ। ਡਰ ਦੇ ਕਾਰਨ ਜੋ ਲਹਿਰਾਂ, ਇੰਪਲਸਿਸ ਦਿਮਾਗ ਚੋਂ ਨਿਕਲਦੀਆਂ ਹੈ, ਉਹ ਕ੍ਰੋਧ ਦੀਆਂ ਲਹਿਰਾਂ ਨਾਲ ਮਿਲਦੀਆਂ ਜੁਲਦੀਆਂ ਹੈ। ਇਸ ਲਈ ਚਿੰਤਾਵਾਨ ਨੂੰ ਡਰ ਦੇ ਕਾਰਨ ਕ੍ਰੋਧ ਵੀ ਜਲਦੀ ਆ ਜਾਂਦਾ ਹੈ। ਕ੍ਰੋਧ ਬਾਰੇ ਇੱਕ ਹੋਰ ਗੱਲ ਵੀ ਯਾਦ ਰੱਖਣ ਦੇ ਯੋਗ ਹੈ। ਜੇ ਕ੍ਰੋਧ ਨੂੰ ਪ੍ਰਗਟ ਕਰਨ ਦੇ ਵਿੱਚ ਕੁਝ ਵਕਫਾ ਪੈ ਜਾਏ ਤਾਂ ਬਹੁਤੀਆਂ ਹਾਲਤਾਂ ਵਿੱਚ ਕ੍ਰੋਧ ਟਲ ਜਾਂਦਾ ਹੈ, ਕਿਉਂਕਿ ਇਸ ਦੌਰਾਨ ਆਦਮੀ ਨੂੰ ਸਹੀ ਸੋਚਣ ਦਾ ਸਮਾਂ ਤੇ ਮੌਕਾ ਮਿਲ ਜਾਂਦਾ ਹੈ, ਜਿਸ ਕਾਰਨ ਕ੍ਰੋਧ ਦੀਆਂ ਤਰੰਗਾਂ, ਇਮੋਸ਼ਨਸ ਮੱਧਮ ਪੈ ਜਾਂਦੀਆਂ। ਇਸ ਲਈ ਸਿਆਣੇ ਲੋਕ ਕਹਿੰਦੇ ਹੈ, ਕ੍ਰੋਧ ਕੱਢਣ ਤੋਂ ਪਹਿਲਾਂ 100 ਗਿਣੋ। ਕ੍ਰੋਧ ਘੱਟ ਕਰਨ ਦਾ ਇੱਕ ਹੋਰ ਵੀ ਕਾਮਯਾਬ ਤੇ ਅਮਲੀ ਤਰੀਕਾ ਹੈ, ਜਦੋਂ ਕ੍ਰੋਧ ਆਵੇ ਆਪਣੇ ਸਾਰੇ ਸਰੀਰ ਨੂੰ ਬਿਲਕੁਲ ਢਿੱਲਾ ਛੱਡ ਕੇ ਬੈਠ ਜਾਓ ਜਾਂ ਲੇਟ ਜਾਓ। ਬੜੇ ਆਹਿਸਤਾ ਧੀਮੀ ਆਵਾਜ਼ 'ਚ ਬੋਲੋ। ਕੁਝ ਹੀ ਮਿੰਟਾਂ ਬਾਅਦ ਤੁਸੀਂ ਅਨੁਭਵ ਕਰੋਗੇ ਕ੍ਰੋਧ ਆਪਣੇ ਆਪ ਹੀ ਖਤਮ ਹੁੰਦਾ ਜਾ ਰਿਹਾ ਹੈ। ਇਸ ਤਰ੍ਹਾਂ ਕ੍ਰੋਧ ਦੀ ਉਪਜ ਕਠਿਨਾਈਆਂ ਤੋਂ ਤੁਸੀਂ ਬਚ ਜਾਓਗੇ। ਇਸ ਕਾਂਡ ਦੀਆਂ ਯਾਦ ਰੱਖਣ ਵਾਲੀਆਂ ਜ਼ਰੂਰੀ ਗੱਲਾਂ। ਪਹਿਲਾ, ਤਰੰਗ ਕਿਸੇ ਖਿਆਲ ਦੁਆਰਾ ਦਿਮਾਗ 'ਚ ਪੈਦਾ ਹੁੰਦੀ ਤੇ ਸਰੀਰ ਦੇ ਹਰ ਹਿੱਸੇ ਉੱਤੇ ਆਪਣਾ ਅਸਰ ਪਾ ਕੇ ਖਤਮ ਹੁੰਦੀ ਹੈ। ਦੂਸਰਾ, ਤਰੰਗਾਂ ਨਾਲ ਸਰੀਰ ਦੇ ਪ੍ਰਾਣ ਅੰਗ ਤੇਜ਼ ਚੱਲਣ ਲੱਗ ਪੈਂਦੇ ਹੈ, ਜਿਸ ਤਰ੍ਹਾਂ ਕਿ ਦਿਲ ਦਾ ਧੜਕਣਾ, ਸਾਹ ਚੜ੍ਹਨਾ, ਪੇਟ 'ਚ ਦਰਦ ਆਦਿ। ਪ੍ਰਾਣ ਅੰਗ ਇਹ ਹਨ: ਦਿਲ, ਫੇਫੜੇ, ਆਂਦਰਾਂ। ਤੀਸਰਾ, ਚੰਗੀਆਂ ਤਰੰਗਾਂ ਸਬਰ, ਸੰਤੋਖ, ਹਿੰਮਤ, ਖੁਸ਼ੀ, ਹੱਸਣਾ, ਖੇਡਣਾ, ਪ੍ਰੇਮ, ਪਿਆਰ, ਸੇਵਾ ਤੇ ਮਿਲਵਰਤਨ ਆਦਿ ਤੋਂ ਪੈਦਾ ਹੁੰਦੀਆਂ। ਇਹ ਸਿਹਤ ਲਈ ਬਹੁਤ ਲਾਭਦਾਇਕ ਹੈ। ਭੈੜੀਆਂ ਤਰੰਗਾਂ ਡਰ, ਗਮ, ਫਿਕਰ, ਚਿੰਤਾ, ਨਫ਼ਰਤ, ਮਾਯੂਸੀ, ਨਿੰਦਿਆ, ਚੁਗਲੀ, ਗੁੱਸਾ, ਈਰਖਾ, ਦੋਸ਼ੀ ਭਾਵ, ਗਿਲਟੀ ਕੌਨਸ਼ੀਅਸ ਤੇ ਕਲਪਨਾ ਤੋਂ ਪੈਦਾ ਹੁੰਦੀਆਂ। ਇਹ ਸਿਹਤ ਲਈ ਹਾਨੀਕਾਰਕ ਹਨ। ਕਿਸੇ ਗੱਲ ਦੀ ਹਰ ਵੇਲੇ ਚਿੰਤਾ ਕਰਦੇ ਰਹਿਣਾ ਚਿੰਤਾ ਦਾ ਅਭਿਆਸ ਹੈ। ਚਿੰਤਾ ਦਾ ਅਭਿਆਸ ਮਨੁੱਖ ਨੂੰ ਇਮੋਸ਼ਨਲ ਬਣਾ ਦਿੰਦਾ ਹੈ ਤੇ ਤਰੰਗੀ ਰੋਗ ਲਾ ਦਿੰਦਾ ਹੈ। ਧੰਨਵਾਦ।